सत श्री अकाल, स्वागत है तुहाडा सारिਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਕਾਫੀ ਕਿਆਸਰਾਈਆਂ ਤੋਂ ਬਾਅਦ ਆਖਿਰਕਾਰ ਕੈਨੇਡਾ ਵਿੱਚ ਫੈਡਰਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ 20 ਸਤੰਬਰ ਨੂੰ ਵੋਟਾਂ ਪੈਣਗੀਆਂ। ਜਸਟਿਨ ਟਰੂਡੋ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਕੇ ਪਾਰਲੀਮੈਂਟ ਡਿਸੋਲਵ ਹੋਣ ਤੋਂ ਬਾਅਦ ਇਸ ਦਾ ਐਲਾਨ ਕੀਤਾ ਤੇ ਰੀਡੋ ਹਾਲ ਦੇ ਬਾਹਰ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪਰ ਕੀ ਫੋਕਸ ਰਹੇਗਾ ਇਹਨਾਂ ਇਲੈਕਸ਼ਨਸ ਵਿੱਚ? इस संबंधी गलबात करने लई अज साडे नाल स्टूडियो विच दो खास मेहमान मौजूद ने जो बीती वारी भी साडे इलैक्शन पैनलिस्ट विच सन। साडे नाल ने वतनोपार न्यूज़पेपर तो कवलजीत कंवल, सत श्री अकाल जी, ते नाल ही ने पॉलिटिकल एक्सपर्ट त्रिभुवन एनडी आनंद। सत श्री अकाल जी। सत श्री अकाल जी, स्वागत है तुहाडा बहुत बहुत। तुसीं अपना समा कट के साडे स्टूडियो विच आए, धन्यवाद जी। थैंक यू वेरी मच फॉर हैविंग अस जी। जिवें मैं शुरुआत की थी कि हुण 44ਵੀਂ फैडरल चोणां ਦਾ ਐਲਾਨ ਹੋ ਚੁੱਕਾ ਹੈ ਤੇ 20 ਸਤੰਬਰ ਨੂੰ ਵੋਟਾਂ ਪੈਣਗੀਆਂ। ਪਰ ਸਾਰਿਆਂ ਦੇ ਮਨਾਂ ਵਿੱਚ ਕਈ ਸਵਾਲ ਚੱਲ ਰਹੇ ਸਨ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਚੋਣਾਂ ਦਾ ਐਲਾਨ ਹੋ ਸਕਦਾ ਹੈ, ਪਰ ਨਾਲ ਹੀ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਕਹਿ ਰਹੀਆਂ ਸਨ ਕਿ ਇਸ ਵੇਲੇ ਚੋਣਾਂ ਕਰਾਉਣ ਦਾ ਸਹੀ ਸਮਾਂ ਨਹੀਂ ਹੈਗਾ। ਤਾਂ ਜਦੋਂ ਅੱਜ ਐਲਾਨ ਹੋਇਆ, ਫਰਸਟ ਥਾਟ ਤੁਹਾਡੇ ਕੀ ਹੈਗਾ ਇਸ ਇਲੈਕਸ਼ਨਸ ਤੇ? ਪਹਿਲੀ ਗੱਲ ਤੇ ਆ ਜੀ, ਬੜਾ ਅਜੀਬ ਜਿਹਾ ਲੱਗਾ ਵੀ 36 ਦਿਨਾਂ ਦੇ ਵਿੱਚ ਇਲੈਕਸ਼ਨ ਜਿਹੜੀ ਉਹ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਣਾ। ਮੇਰੇ ਖਿਆਲ 'ਚ ਇੰਨੀ ਛੇਤੀ ਇੰਨਾ ਥੋੜ੍ਹੇ ਟਾਈਮ ਦੇ ਵਿੱਚ ਕਦੀ ਵੀ ਨਹੀਂ ਹੋਇਆ, ਕਿਉਂਕਿ ਪਾਰਟੀਆਂ ਨੂੰ ਬਕਾਇਆ ਤੌਰ 'ਤੇ ਉਮੀਦਵਾਰ ਚੁਣਨ ਲਈ, ਉਹਨਾਂ ਦੇ ਫੀਲਡ ਵਿੱਚ ਜਾਣ ਲਈ, ਲੀਡਰ ਨੂੰ ਹਰ ਫੀਲਡ ਵਿੱਚ ਜਾਣ ਲਈ ਮੌਕਾ ਮਿਲਣਾ ਚਾਹੀਦਾ ਸੀ, ਜਿਹੜਾ ਕਿ ਮੇਰੇ ਖਿਆਲ ਦੇ ਮੁਤਾਬਕ ਸਾਰੇ ਫੀਲਡ ਵਿੱਚ ਜਾਣ ਦਾ, ਸਾਰੇ ਕੌਂਸਟੀਚੁਐਂਸੀ ਜਾਣ ਦਾ ਸ਼ਾਇਦ ਲੀਡਰਾਂ ਨੂੰ ਮੌਕਾ ਵੀ ਨਾ ਮਿਲੇ। ਦੂਜੀ ਗੱਲ ਇਹ ਆ ਜੀ, ਜਿਹੜਾ ਇੱਕਦਮ ਇੱਦਾਂ ਦੀ ਇਲੈਕਸ਼ਨ ਜਿਹੜੀ ਹੋ ਜਾਣੀ ਆ, ਉਹਦੇ ਨਾਲ ਲੋਕਾਂ ਦੇ ਉੱਤੇ ਬਿਲੀਅਨਸ ਡਾਲਰ ਦਾ ਜਿਹੜਾ ਬੋਝ ਪੈਣ ਵਾਲਾ, ਉਹ ਅਜੇ ਕਿਸੇ ਨੇ ਕਿਆਸ ਹੀ ਨਹੀਂ ਕੀਤਾ। ਕਿਹਾ ਜਾਂਦਾ ਕਿ ਜਿਹੜਾ ਪਿਛਲੀ ਵਾਰੀ ਸੀ ਉਹ $550 ਮਿਲੀਅਨ ਖਰਚ ਹੋਇਆ ਸੀ, ਜਿਹੜਾ ਕਿ ਐਤਕੀ ਵੱਧ ਕੇ ਡੇਢਾ ਦੂਣਾ ਹੋਣ ਦੀ ਆਸ ਹੈਗੀ ਆ। जी, त्रिभुवन जी तुहाडे तो जानना चाहांगे इस बार दियां, क्योंकि इलैक्शन कैंपेन भी डिफरेंट होएगी, उस स्टाइल में जिहड़ा लीडर्स वोटरां तक पहुँच करनगे या उम्मीदवार अपनी पहुँच करनगे उम्मीदवारां तक, जो अपना प्लेटफॉर्म दसणगे, वो सब कुछ एक वखरा होएगा। नाल ही इलैक्शन भी एक वखरे ही अंदाज में असीं देखांगे, क्योंकि हर चीज़ नूं एक तां ज़्यादा समा लगेगा। ਜਦੋਂ ਕਿਸੇ ਰਿਪੋਰਟਰ ਨੇ ਵੀ ਕਿਸੇ ਕੈਂਪੇਨ ਵਿੱਚ ਹਾਜ਼ਰ ਹੋਣਾ ਹੈ ਤਾਂ ਵੀ ਉਹਨਾਂ ਨੂੰ ਰੈਪਿਡ ਟੈਸਟ ਕਰਵਾਉਣਾ ਪਏਗਾ, ਉਹਦੀ ਰਿਪੋਰਟ ਆਏਗੀ, ਟੈਸਟ ਆਏਗਾ, ਫਿਰ ਉਹ ਅੰਦਰ ਜਾਣਗੇ, ਉਹ ਕਵਰ ਕਰਨਗੇ ਤੇ ਹਰ ਚੀਜ਼ ਨੂੰ ਜਦੋਂ ਇੰਨਾ ਸਮਾਂ ਲੱਗੇਗਾ। ਪਰ ਇਹ ਸਾਰਾ ਕੁਝ ਲਈ ਸਿਰਫ 36 ਦਿਨਾਂ ਦਾ ਸਮਾਂ, ਕੈਂਪੇਨ ਟਾਈਮ ਜਿਹੜਾ ਹੈਗਾ ਸਭ ਤੋਂ ਘੱਟ ਇਲੈਕਸ਼ਨ ਲਾਅ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਰੱਖਿਆ ਗਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀਆਂ ਚੋਣਾਂ ਨੂੰ? ਮੈਂ ਸਿੱਧਾ ਇੱਕ ਸਵਾਲ ਕਰਾਂਗਾ, ਬੜਾ ਸਰਕਾਸਟਿਕ ਹੈ ਜਵਾਬ ਉਹਦਾ, ਕਿ ਜਸਟਿਨ ਟਰੂਡੋ ਦੇ ਹੱਥ ਕੁਝ ਜਾਦੂਈ ਚਿਰਾਗ ਲੱਗ ਗਿਆ ਕਿ ਉਹ ਸੋਚਦਾ ਕਿ ਹੱਥ ਲਾਣਾ ਤੇ ਲਿਬਰਲਸ ਨੇ ਮੈਜੋਰਿਟੀ 'ਚ 170 ਪਲੱਸ ਆ ਜਾਣਾ। ਉਹਦੇ ਜਿਹੜੇ ਪੋਲੀਟੀਕਲ ਐਡਵਾਈਜ਼ਰਸ ਹਨ ਜਾਂ ਜਿਹੜੇ ਉਹਨਾਂ ਦੇ ਸਲਾਹਕਾਰ ਹੈਗੇ ਨੇ ਜਾਂ ਜਿਹੜੇ ਐਸਪੀਰੈਂਟਸ ਹੈਗੇ ਜਿਨ੍ਹਾਂ ਨੇ ਇਲੈਕਸ਼ਨ ਲੜਨਾ, ਉਹਨਾਂ ਨੂੰ ਇੱਕ ਬੜੀ ਜ਼ਬਰਦਸਤ ਖੁਸ਼ਫਹਿਮੀ ਹੈ। ਹੈਵਿੰਗ ਸੈਡ ਦੈਟ, ਮੈਂ ਪਹਿਲੇ ਆਵਾਂ ਕਿ ਇਤਿਹਾਸ ਵਿੱਚ ਬਹੁਤ ਘੱਟ ਇਹ ਜਿਹੇ ਤੁਹਾਨੂੰ ਵਾਕਿਆ ਮਿਲਣਗੇ ਕਿਸੇ ਵੀ ਡੈਮੋਕ੍ਰੇਸੀ 'ਚ ਕਿ ਰੂਲਿੰਗ ਪਾਰਟੀ ਨੂੰ ਕੋਈ ਪ੍ਰੈਸ਼ਰ ਨਹੀਂ ਹੈਗਾ ਇਲੈਕਸ਼ਨ ਦੁਬਾਰਾ ਕਰਾਉਣ ਦਾ। ਉਹਦੀਆਂ ਜਿਹੜੀਆਂ ਮੇਜਰ ਓਪੋਨੈਂਟਸ ਹੈਗੇ ਨੇ, ਚਾਹੇ ਉਹ ਕੰਜ਼ਰਵੇਟਿਵਸ ਹਨ ਚਾਹੇ NDP ਹੈ, ਉਹ ਅਗੇਂਸਟ ਇਸ ਇਲੈਕਸ਼ਨ ਦੇ। ਉਹ ਨਹੀਂ ਕਹਿੰਦੇ ਕਿ ਤੁਸੀਂ ਇਲੈਕਸ਼ਨ ਕਰੋ, ਕਿਉਂਕਿ ਉਹਦੇ 'ਤੇ ਬੜਾ ਵੱਡਾ, ਜਿਸ ਤਰ੍ਹਾਂ ਭਰਾਜੀ ਨੇ ਕਿਹਾ ਕਿ ਬੜਾ ਵੱਡਾ ਉਹਨਾਂ 'ਤੇ ਬੋਝ ਪੈ ਜਾਏਗਾ। ਪ੍ਰਾਇਓਰਟੀਜ਼ ਕੰਟਰੀ ਦੀਆਂ ਇਸ ਪੈਂਡੈਮਿਕ ਵਿੱਚ ਬੜੀਆਂ ਡਿਫਰੈਂਟ ਹੈਗੀਆਂ। ਇਹ ਸਭ ਸੋਚ ਕੇ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਉਹਦਾ ਪੋਲੀਟੀਕਲ ਸੈਲਫ ਇੰਟਰਸਟ ਜ਼ਰੂਰ ਹੈਗਾ ਜਿਹਦੇ ਵਿੱਚ ਉਹ ਉਹਨੂੰ ਡਿਜ਼ੋਲਵ ਕਰਨਾ ਚਾਹੁੰਦਾ ਹੈ ਜੀ। ਪਾਰਲੀਮੈਂਟ ਨੂੰ ਡਿਜ਼ੋਲਵ ਕਰਨ ਤੋਂ ਬਾਅਦ ਤੁਸੀਂ ਸਭ ਤੋਂ ਵੱਡੀ ਇੱਕ ਚੀਜ਼ ਦੇਖੋ ਕਿ ਤੁਹਾਡੇ ਮੇਜਰ ਡਿਸੀਜਨ ਮੇਕਿੰਗ ਪਾਵਰ ਜਿਹੜੀਆਂ ਨੇ ਉਹ ਪਾਰਲੀਮੈਂਟ ਤੋਂ ਹਟ ਜਾਣੀਆਂ ਨੇ। ਉਹ ਅਪਰ ਹਾਊਸ ਲੋਅਰ ਹਾਊਸ ਦੋਨਾਂ ਨੇ ਡਿਜ਼ੋਲਵ ਹੋ ਜਾਣਾ, ਪਾਰਲੀਮੈਂਟਰੀ ਕਮੇਟੀਆਂ ਨੇ ਡਿਜ਼ੋਲਵ ਹੋ ਜਾਣਾ। ਤੁਸੀਂ ਕੋਈ ਮੇਜਰ ਲਾਅ ਪਾਸ ਨਹੀਂ ਕਰ ਸਕਦੇ। ਫਿਰ ਇਸ ਤੋਂ ਬਾਅਦ ਜਿਹੜੀ ਸਭ ਕੋਲੋਂ ਗੰਭੀਰ ਗੱਲ ਹੈਗੀ ਹੈ ਕਿ ਕੰਜ਼ਰਵੇਟਿਵ ਵੀ ਇਹਦੇ ਅਗੇਂਸਟ ਹਨ ਜੀ, NDP ਵੀ ਇਹਦੇ ਅਗੇਂਸਟ ਹੈ ਮੇਜਰਲੀ, ਇਫ ਆਮ ਨਾਟ ਰੋਂਗ। ਬਹੁਤ ਸਾਰੇ ਟਰੂਡੋ ਦੇ ਆਪਣੇ ਕੈਂਡੀਡੇਟਸ ਜਿਹੜੇ ਹੈਗੇ ਨੇ ਲਿਬਰਲਸ, ਉਹ ਵੀ ਬਹੁਤ ਜ਼ਿਆਦਾ ਖੁਸ਼ ਨਹੀਂ ਹੋਣੇ।
ਮੈਂ ਇਹਨੂੰ ਕੋਈ ਹੋਰ ਸ਼ਬਦਾਂ ਵਿੱਚ ਨਹੀਂ ਕਵਾਂਗਾ ਕਿ ਇਹ ਜਿਹਾ ਡਿਸੀਜਨ ਹੈਗਾ, ਪਰ ਮੈਂ ਕਵਾਂਗਾ ਕਿ ਇਹ ਬੜਾ ਨਾ ਸਮਝੀ ਵਾਲਾ ਡਿਸੀਜਨ ਹੈ। ਇਸ ਮੁਲਕ ਨੂੰ ਇਸ ਵਕਤ ਪ੍ਰਾਇੋਰਟੀਜ਼ ਦੀਆਂ ਬੜੀਆਂ ਡਿਫਰੈਂਟ ਹਨ। ਅਸੀਂ ਬੜੀ ਮੁਸ਼ਕਲ ਆਪਣੇ ਆਪ ਨੂੰ ਪੁੱਲ ਆਊਟ ਕਰ ਰਹੇ ਹਾਂ ਪੈਂਡੈਮਿਕ ਦੇ ਸਿਚੁਏਸ਼ਨ ਤੋਂ। ਸਾਡੀ ਪ੍ਰਾਇੋਰਟੀਜ਼ ਐਮਪਲੋਇਮੈਂਟ ਹੈ, ਸਾਡੀ ਪ੍ਰਾਇੋਰਟੀ ਇੰਡਸਟਰੀ ਹੈ, ਸਾਡੀ ਪ੍ਰਾਇੋਰਟੀਜ਼ ਬਿਜ਼ਨਸ ਹੈ, ਸਾਡੀ ਪ੍ਰਾਇੋਰਟੀ ਐਜੂਕੇਸ਼ਨ ਹੈ। ਅਸੀਂ ਉਹਨਾਂ ਫੀਲਡ ਦੇ ਉੱਤੇ ਧਿਆਨ ਨਾ ਦੇ ਕੇ ਅਸੀਂ ਇੱਕ ਖਾਸ ਇੱਕ ਜਿਹਨੂੰ ਮੈਂ ਕਹਾਂ ਕਿ ਖੁਆਬੀ ਪੁਲਾਓ ਬਣਾ ਕੇ ਤੁਸੀਂ ਸਿਸਟਮ ਵਿੱਚ ਆ ਗਏ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਮੈਂ ਆਪਣੀ ਮਿਨੋਰਿਟੀ ਵਾਲੀ ਗਵਰਨਮੈਂਟ ਨੂੰ ਇੱਕਦਮ ਮੈਜੋਰਿਟੀ ਵਾਲੀ ਗਵਰਨਮੈਂਟ ਵਿੱਚ ਕਨਵਰਟ ਕਰ ਲਾਂਗਾ। ਇਹ ਇੱਕ ਬਚਕਾਨਾ ਹਰਕਤ ਹੈ, ਇਫ ਆਈ ਮੇ ਸੇ ਸੋ। ਟਰੂਡੋ ਕਿਸੇ ਵੀ ਉਮਰ ਦੀ ਸ਼ਖਸੀਅਤ ਹੋਏ, ਪਰ ਗਵਰਨਮੈਂਟ ਇੱਕ ਕੰਸੋਰਟੀਅਮ ਨਾਲ ਰਨ ਹੁੰਦੀ ਹੈ, ਇੱਕ ਟੀਮ ਨਾਲ ਰਨ ਹੁੰਦੀ ਹੈ, ਉਹ ਇੱਕ ਸੈਟ ਆਫ ਐਡਵਾਈਜ਼ਰਸ ਨਾਲ ਰਨ ਹੁੰਦੀ ਹੈ। ਅਗਰ ਉਹਨਾਂ ਦੇ ਐਡਵਾਈਜ਼ਰਸ ਵੀ ਉਹਨਾਂ ਨੂੰ ਠੀਕ ਐਡਵਾਈਜ਼ ਨਹੀਂ ਕਰ ਪਾਏ ਜੀ ਤੇ ਇਹ ਬੜਾ ਗੰਭੀਰ ਮੁੱਦਾ ਹੈ। ਜੀ, ਯਾਨੀ ਤੁਹਾਡਾ ਮੰਨਣਾ ਹੈ ਕਿ ਲਿਬਰਲਸ ਵੱਲੋਂ ਜਿਹੜਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਇਹ ਸਹੀ ਡਿਸੀਜਨ ਨਹੀਂ ਹੈਗਾ। ਪਰ ਕਮਲਜੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਮਾਈਨੋਰਿਟੀ ਵਿੱਚ ਹੁੰਦੇ ਹੋਏ ਲਿਬਰਲਸ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਜੋ ਉਹ ਇਸ ਕੰਟਰੀ ਲਈ ਕਰਨਾ ਚਾਹੁੰਦੇ ਨੇ ਉਹਦੇ ਲਈ ਉਹਨਾਂ ਨੂੰ ਮੈਜੋਰਿਟੀ ਗਵਰਨਮੈਂਟ ਦੀ ਲੋੜ ਹੈਗੀ ਹੈ, ਤਾਂ ਕਿ ਜਿਹੜੇ ਉਹਨਾਂ ਦੇ ਡਿਸੀਜਨ ਨੇ ਉਹ ਲਾ ਬਣ ਸਕਣ, ਜਿਸ ਦੇ ਲਈ ਉਹਨਾਂ ਨੂੰ ਮੈਜੋਰਿਟੀ ਚਾਹੀਦੀ ਹੈ। ਤੇ ਹੁਣ ਜਦੋਂ ਚੋਣਾਂ ਦਾ ਐਲਾਨ ਹੋਇਆ, ਤੁਹਾਨੂੰ ਲੱਗਦਾ ਹੈ ਕਿ ਪੈਂਡੈਮਿਕ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਬੈਨੀਫਿਟਸ ਦਿੱਤੇ ਨੇ, ਭਾਵੇਂ ਉਹ CERB ਦੀ ਗੱਲ ਹੋਵੇ, ਵੇਜ ਸਬਸਿਡੀ ਦੀ ਗੱਲ ਹੋਏ, ਰੈਂਟ ਸਬਸਿਡੀ ਦੀ ਗੱਲ ਹੋਏ, ਜਿਸ ਤਰ੍ਹਾਂ ਦੇ ਬੈਨੀਫਿਟਸ ਦਿੱਤੇ ਨੇ, ਉਹ ਇੱਕ ਅਪੋਰਚੁਨਿਸਟ ਬਣ ਕੇ ਲਿਬਰਲ ਸਰਕਾਰ ਉਸ ਦਾ ਕ੍ਰੈਡਿਟ ਲੈਣਾ ਚਾਹੁੰਦੀ ਹੈ। ਦੇਖੋ ਜੀ, ਲਿਬਰਲ ਸਰਕਾਰ ਨੂੰ ਸ਼ਾਇਦ ਇਹੋ ਹੀ ਵਹਿਮ ਹੈ ਕਿ ਅਸੀਂ ਇੰਨੀਆਂ ਕਿ ਇਹਨਾਂ ਨੂੰ ਸਹੂਲਤਾਂ ਲੋਕਾਂ ਨੂੰ ਦੇਤੀਆਂ, ਇੰਨੇ ਕੁ ਪੈਸੇ ਵੰਡ ਦਿੱਤੇ, ਇੰਨੇ ਕੁ ਲੋਨ ਦੇ ਦਿੱਤੇ, ਇੰਨਾ ਕੁ ਦੇ ਦਿੱਤਾ ਕਿ ਸਾਨੂੰ ਹਾਰਨ ਦਾ ਹੁਣ ਕੋਈ ਚਾਂਸ ਨਹੀਂ ਹੈਗਾ, ਅਸੀਂ ਬਹੁਤ ਗਿਣਤੀ ਲੈ ਜਾਵਾਂਗੇ। ਪਰ ਇਸ ਮੌਕੇ ਤੇ ਇਲੈਕਸ਼ਨ ਕਰਵਾਉਣਾ, ਜਿਹੜਾ ਮੈਂ ਖੁਦ ਇੱਕ ਲਿਬਰਲ ਹਾਂ, ਮੈਂ ਲਿਬਰਲ ਦਾ ਹਾਮੀ ਹਾਂ, ਲਿਬਰਲ ਪਾਰਟੀ ਦਾ ਮੈਂਬਰ ਵੀ ਹੋ ਸਕਦਾ ਹੈਗਾ ਮੈਂ, ਲੇਕਿਨ ਮੈਂ ਮਹਿਸੂਸ ਕਰਦਾ ਕਿ ਇੱਕਦਮ ਆ ਕੇ ਇੱਦਾਂ ਇਲੈਕਸ਼ਨ ਕਰਵਾ ਦੇਣੀ, ਜਿਹਦਾ ਕਿ ਇਹ ਸੋਚ ਲੈਣਾ ਕਿ ਮੈਂ ਅੱਜ ਇਲੈਕਸ਼ਨ ਕਰਾਵਾਂ ਤੇ ਅੱਜ ਹੀ ਮੈਂ ਮਤਲਬ ਮੇਰੇ ਕੋਲ ਬਹੁਤ ਗਿਣਤੀ ਜਿਹੜੀ ਆ ਵੋਟਾਂ ਆ ਜਾਣਗੀਆਂ ਜਾਂ ਮੇਰੇ MP ਬਹੁਤੇ ਚੁਣੇ ਜਾਣਗੇ, ਮੈਂ ਅਕਸਰੀਅਤ ਹੋਏਗੀ, ਮੈਂ ਜਿਹੜਾ ਮਰਜ਼ੀ ਕਾਨੂੰਨ ਪਾਸ ਕਰਾਂ, ਜਿਹੜਾ ਮਰਜ਼ੀ ਛੱਡਾਂ ਮੈਂ। ਜਦੋਂ ਕਿ ਮੇਰੇ ਖਿਆਲ ਪੈਂਡੈਮਿਕ ਦੇ ਜੇ ਕੋਈ ਕਾਨੂੰਨ ਇਹਨਾਂ ਨੇ ਲਿਆਂਦਾ ਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸੀ, ਚਾਹੇ ਉਹ ਇਹਨਾਂ ਦੀਆਂ ਆਪੋਜੀਸ਼ਨ ਸੀ, ਉਹਨਾਂ ਨੇ ਸਰਕਾਰ ਡੇਗਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੇ ਇਹਦੀ ਮਦਦ ਕੀਤੀ ਹੈ। ਤੇ ਮੈਂ ਸਮਝਦਾ ਮੈਨੂੰ ਕੁਝ ਸਮਾਂ ਹੋਰ ਅਜੇ ਕੱਢ ਕੇ ਇਸ ਪੈਂਡੈਮਿਕ ਚੋਂ ਲੋਕਾਂ ਨੂੰ ਪਹਿਲਾਂ ਕੱਢ ਲੈਣਾ ਚਾਹੀਦਾ ਸੀ, ਉਸ ਤੋਂ ਬਾਅਦ ਇਲੈਕਸ਼ਨ ਕਰਾਉਂਦੇ ਤੇ ਮੇਰੇ ਖਿਆਲ ਜ਼ਿਆਦਾ ਵਧੀਆ ਹੁੰਦਾ। ਦੂਜੀ ਗੱਲ ਹੈ ਕਿ ਉਦੋਂ ਜੇ ਕਰਾਉਂਦੇ ਇਲੈਕਸ਼ਨ ਤੇ ਹੋ ਸਕਦਾ ਲੋਕ ਹੋਰ ਜ਼ਿਆਦਾ ਨਾਲ ਹੁੰਦੇ। ਹੁਣ ਜਿੱਥੇ ਲੋਕਾਂ ਨੂੰ ਲੱਗਦਾ ਹੈ ਕਿ ਬਹੁਤ ਗਿਣਤੀ ਸਰਕਾਰ ਬਣਾਉਣ ਲਈ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ, ਦੂਜੇ ਪਾਸੇ ਲੋਕ ਇਹ ਵੀ ਸੋਚਣਗੇ ਕਿ ਇਹਦੇ ਤੇ ਕਿੱਡਾ ਵੱਡਾ ਸਾਡੇ ਤੇ ਖਰਚਾ ਪੈ ਗਿਆ, ਕਿੱਡਾ ਵੱਡਾ ਬੋਝ ਪੈ ਗਿਆ। ਮੰਨ ਲਓ ਕੱਲ ਨੂੰ ਜੇ ਅਗਰ ਬਹੁਤ ਗਿਣਤੀ ਸਰਕਾਰ ਨਹੀਂ ਆਉਂਦੀ, ਫਿਰ ਕੀ ਹੋਏਗਾ? ਜੀ, ਇਹ ਸਵਾਲ ਅੱਜ ਵੀ ਜਦੋਂ ਮੀਡੀਆ ਬਰੀਫਿੰਗ ਹੋਈ, ਇੱਕ ਰਿਪੋਰਟਰ ਵੱਲੋਂ ਕੀਤਾ ਗਿਆ ਸੀ ਜਸਟਿਨ ਟਰੂਡੋ ਨੂੰ ਕਿ ਜੇ ਮੈਜੋਰਿਟੀ ਗਵਰਨਮੈਂਟ ਨਹੀਂ ਆਉਂਦੀ ਤਾਂ ਕੀ ਉਹ ਰਿਜ਼ਾਈਨ ਕਰਨਗੇ। 2-3 ਵਾਰ ਉਹਨਾਂ ਨੂੰ ਇਹ ਸਵਾਲ ਦੁਹਰਾਇਆ ਗਿਆ, ਪਰ ਉਹ ਕਤਰਾਉਂਦੇ ਰਹੇ ਇਸ ਦਾ ਸਹੀ ਤਰੀਕੇ ਨਾਲ ਜਵਾਬ ਦੇਣ ਤੋਂ। ਚਲੋ ਬਾਕੀ ਪਾਰਟੀਆਂ ਦੀ ਗੱਲ ਕਰੀਏ, ਕਿਉਂਕਿ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਸੀ ਕਿ ਚੋਣਾਂ ਦਾ ਐਲਾਨ ਹੋ ਸਕਦਾ ਹੈ, ਪਰ ਅੰਦਰ ਖਾਤੇ ਹਰ ਪਾਰਟੀ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਕੰਜ਼ਰਵੇਟਿਵਸ ਜਾਂ NDP ਕਿਸ ਮੁੱਦੇ ਤੇ ਚੋਣ ਲੜ ਸਕਦੇ ਨੇ? ਦੇਖੋ ਜੀ, ਹਾਂ ਸਿੰਘ ਸਾਹਿਬ ਤੁਸੀਂ ਦੱਸੋ। ਮਜ਼ੇ ਦੀ ਗੱਲ ਇਹ ਆ ਵੀ ਦੋਵਾਂ ਪਾਰਟੀਆਂ ਜਿਹੜੀਆਂ ਬਾਕੀ ਦੀਆਂ ਦੋ ਪਾਰਟੀਆਂ ਨਾ, ਉਹਨਾਂ ਕੋਲ ਕੋਈ ਮੁੱਦਾ ਨਹੀਂ। ਅੱਜ ਆਪਾਂ ਦੋਵਾਂ ਦੀ ਪ੍ਰੈਸ ਕਾਨਫਰੰਸਾਂ ਸੁਣੀਆਂ, ਸਾਰਿਆਂ ਨੇ ਸੁਣੀਆਂ। ਇਹ ਪ੍ਰਧਾਨ ਮੰਤਰੀ ਟਰੂਡੋ ਕੋਲੋਂ ਸਵਾਲ ਪੁੱਛੇ ਤੇ ਉਹਨੇ ਕੋਈ ਜਵਾਬ ਨਹੀਂ ਦਿੱਤਾ, ਨਾ ਉਹਨੇ ਕੋਈ ਆਪਣਾ ਆਉਣ ਵਾਲੇ ਸਮੇਂ ਦਾ ਜਿਹੜਾ ਪਲਾਨ ਦੱਸਿਆ ਕਿ ਮੈਂ ਆਹ ਕਰਾਂਗਾ ਜਾਂ ਮੈਂ ਐਸ ਕਰਕੇ ਇਲੈਕਸ਼ਨ ਲੜ ਰਿਹਾ ਕਿ ਮੇਰੇ ਕੋਲ ਅਗਰ ਵੱਧ ਅਕਸਰੀਅਤ ਹੋਵੇ ਤੇ ਮੈਂ ਆਹ ਕਾਨੂੰਨ ਪਾਸ ਕਰਾਂਗਾ, ਮੈਂ ਆਹ ਕਰਾਂਗਾ, ਉਹ ਕਰਾਂਗਾ। ਨਾ PC ਕੋਲ ਕੋਈ ਹੈਗਾ ਸੀ, ਕੰਜ਼ਰਵੇਟਿਵ ਕੋਲ ਕੁਝ ਹੈਗਾ ਸੀ, ਤੇ ਇਹਨਾਂ ਸਾਰਿਆਂ ਦੇ ਥੈਲੇ ਇਸ ਮਾਮਲੇ 'ਚ ਖਾਲੀ ਸੀਗੇ, ਬਿਲਕੁਲ ਖਾਲੀ ਸੀਗੇ। ਔਰ ਇਹਨਾਂ ਨੇ ਬਕਾਇਦਾ ਤੌਰ ਤੇ ਇਹਦਾ ਮਤਲਬ ਇਹ ਆ ਵੀ ਸਿਰਫ ਇੱਕ ਇਲੈਕਸ਼ਨ ਲੜਨਾ ਜਾਂ ਉਹਨੂੰ ਜਿੱਤਣਾ ਜਾਂ ਸਰਕਾਰ ਨੂੰ ਹਾਸਲ ਕਰਨਾ ਜਾਂ ਆਪੋਜੀਸ਼ਨ 'ਚ ਬਹਿ ਕੇ ਬਹੁਤ ਗਿਣਤੀ ਸ਼ੋਅ ਕਰਨੀ, ਇਹ ਇਹਨਾਂ ਦਾ ਮੁੱਦਾ, ਨਾ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਆ। ਜਿਹੜੇ ਮਾੜੇ ਮੋਟੇ ਮੁੱਦੇ ਖੜੇ ਕਰਦੇ ਆ ਤੇ ਮਾਮੂਲੀ ਹਰ ਬੰਦਾ ਜਿਹੜਾ ਬੰਦਾ ਖਲੋਂਦਾ ਇਲੈਕਸ਼ਨ, ਚਾਹੇ ਉਹ ਆਜ਼ਾਦ ਵੀ ਖਲੋਂਦਾ ਹੋਵੇ, ਉਹ ਵੀ ਖੜੇ ਕਰ ਲੈਂਦਾ। ਲੇਕਿਨ ਗਾਂ ਉਹਦਾ ਪਲਾਨ ਕੀ ਆ, ਉਹਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਏਗਾ, ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਉਹਨਾਂ ਕਾਨੂੰਨਾਂ ਨੂੰ ਅਕਸਰੀਅਤ 'ਚ ਲਿਆਂਦਾ ਜਾਏਗਾ, ਇਹਦੇ ਬਾਰੇ ਕਿਸੇ ਤਿੰਨਾਂ ਪਾਰਟੀਆਂ ਜੋ ਕਿਸੇ ਕੋਲ ਵੀ ਕੋਈ
ਪਲਾਨ ਨਹੀਂ ਸੀ ਹੈਗਾ। ਜੀ ਤੁਹਾਡਾ ਕੀ ਮੰਨਣਾ ਹੈ ਕਿ ਬਾਕੀ ਪਾਰਟੀਆਂ ਕੋਈ ਮੁੱਦੇ ਨੇ? ਮੈਂ ਸਪਲੀਮੈਂਟ ਕਰਨਾ ਕਮਲਜੀਤ ਵੀਰ ਜੀ ਦੀ ਗੱਲ ਨੂੰ, ਐਂਡ ਇਫ ਆਈ ਰੀਅਲੀ ਹੈਵ ਟੂ ਸਮ ਇਟ ਅਪ, ਮੈਂ ਕਹਾਂਗਾ ਜੀ ਸਿਆਸਤ ਵਿੱਚ ਬੜੀਆਂ ਦੋ ਚੀਜ਼ਾਂ ਗੰਭੀਰ ਹੁੰਦੀਆਂ ਨੇ, ਆਪਣੀ ਸਟਰੈਂਥ ਤੇ ਦੂਸਰੇ ਦੀ ਵੀਕਨੈਸ। ਅਗਰ ਕੰਜ਼ਰਵੇਟਿਵਸ ਨੂੰ ਲੱਗੇਗਾ ਕਿ ਉਹਨਾਂ ਕੋਲ ਸਟਰੈਂਥ ਨਾਂ ਦੀ ਕੋਈ ਚੀਜ਼ ਨਹੀਂ, ਪਰ ਉਹਨਾਂ ਕੋਲ ਲਿਬਰਲਸ ਦੀ ਵੀਕਨੈਸ ਦੀ ਗੱਲ ਪੱਕੀ ਹੈ ਕਿ ਲਿਬਰਲਸ ਨੇ ਇਹ ਇਲੈਕਸ਼ਨ ਸਿਸਟਮ ਦੇ ਉੱਤੇ ਕੈਨੇਡੀਅਨਸ ਉੱਤੇ ਕਿਉਂ ਥੋਪਿਆ, ਇਹ ਆਪਣੇ ਆਪ ਵਿੱਚ ਹੀ ਇੱਕ ਵੱਡਾ ਮੁੱਦਾ ਹੈ। ਜਿਸ ਵੇਲੇ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਖੜੇ ਹੋ ਕੇ ਇਹ ਗੱਲ ਕਰੋਗੇ ਤੇ ਤੁਸੀਂ ਇਹ ਕੰਜ਼ਰਵੇਟਿਵ ਬਣ ਕੇ ਇਹ ਗੱਲ ਨਹੀਂ ਕਰੋਗੇ ਕਿ ਮੇਰੇ ਕੋਲ ਇਹ ਸਕੀਮਸ ਹਨ, ਮੇਰੇ ਕੋਲ ਇਹ ਪਲੇਟਫਾਰਮਸ ਹਨ, ਮੈਂ ਇਹ ਕਰਨਾ ਚਾਹੁੰਦਾ, ਪਰ ਤੁਸੀਂ ਇਹ ਕਹੋਗੇ ਕਿ ਇੱਕ ਪਾਰਟੀ ਕੋਲ ਪੂਰਾ ਸਿਸਟਮ ਸੀ ਕਰਨ ਵਾਸਤੇ। ਫਿਰ ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਉਹਨੂੰ ਬਹੁਤ ਵੱਡਾ ਮਹੱਤਵ ਦੇਣਾ ਕਿ ਕਿਸੇ ਵੀ ਆਪੋਜੀਸ਼ਨ ਪਾਰਟੀ ਨੇ ਆਲ ਥਰੂ ਦਾ ਪੈਂਡੈਮਿਕ ਓਪੋਜ਼ ਨਹੀਂ ਕੀਤਾ। ਲਿਬਰਲਸ ਨੂੰ ਕੋਈ ਵੀ ਅੱਛਾ ਕੰਮ ਕਰਨ ਤੋਂ ਰੋਕਿਆ ਨਹੀਂ ਜੀ। ਅਗਰ ਉਹ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਕਰਨ ਦਿੱਤਾ। ਤੇ ਅਗਰ ਆਪੋਜੀਸ਼ਨ ਤੁਹਾਨੂੰ ਕੋਈ ਚੰਗਾ ਕੰਮ ਕਰਨ ਨੂੰ ਪ੍ਰੋਤਸਾਹਿਤ ਨਹੀਂ ਕਰਦੀ, ਪਰ ਅਗਰ ਉਹਦੇ 'ਚ ਰੋਲਾ ਵੀ ਨਹੀਂ ਲਾਉਂਦੀ ਤੇ ਉਹਦਾ ਕੰਟਰੀਬਿਊਸ਼ਨ ਪੋਜ਼ਿਟਿਵ ਹੈ ਜੀ। ਅਗਰ ਤੁਸੀਂ ਇਸ ਚੀਜ਼ ਨੂੰ ਦੇਖ ਕੇ ਚੱਲੋਗੇ ਕਿ ਕੰਜ਼ਰਵੇਟਿਵ ਨੇ ਅਗਰ ਲਿਬਰਲਸ ਨੂੰ ਰੋਕਿਆ ਨਹੀਂ ਕਿਸੇ ਅੱਛੇ ਕੰਮ ਤੋਂ, ਪਰ ਉਹਨੂੰ ਮਤਲਬ ਸੋ ਮਚ ਸੋ ਤੁਸੀਂ ਪ੍ਰੈਸ ਕਾਨਫਰੰਸ ਵੀ ਦੇਖਿਆ ਪਿੱਛੇ, ਪਾਰਟੀ ਨੇ ਤੇ ਮਤਲਬ ਹੁਣ ਐਨਡੀਪੀ ਨੇ ਤੇ ਡਾਇਰੈਕਟਲੀ ਕਿਹਾ ਕਿ ਗਵਰਨਰ ਜਨਰਲ ਨੂੰ ਕਿ ਤੁਸੀਂ ਇਸ ਗੱਲ ਨੂੰ ਇਗਨੋਰ ਕਰੋ ਜੀ, ਇਸ ਗੱਲ ਦੇ ਉੱਤੇ ਕੋਈ ਵੀ ਤੁਸੀਂ ਤੂਲ ਨਾ ਦਿਓ ਕਿਉਂਕਿ ਦਿਸ ਇਜ਼ ਨੋ ਕਾਮਨ ਸੈਂਸ ਜੀ। ਫਿਰ ਇਸ ਤੋਂ ਬਾਅਦ ਜਿਹੜੇ ਸਾਡੇ ਕੰਜ਼ਰਵੇਟਿਵ ਸੀ ਉਹਨਾਂ ਨੇ ਸਾਫ਼ ਕਿਹਾ ਕਿ ਇਹ ਸਿਰਫ ਇੰਪੋਜ਼ ਕੀਤਾ ਜਾ ਰਿਹਾ, ਇਹ ਸਿਰਫ ਆਪ ਥੋਪਿਆ ਜਾ ਰਿਹਾ ਕੈਨੇਡੀਅਨ ਸਿਸਟਮ ਦੇ ਉੱਤੇ, ਕੈਨੇਡੀਅਨ ਜਿਹੜਾ ਆਲਰੇਡੀ ਬੜਾ ਚਰਮਰਾਇਆ ਹੋਇਆ। ਤੁਸੀਂ ਬਿਜ਼ਨਸ ਦੇਖੋ, ਟ੍ਰੇਡ ਦੇਖੋ, ਇਨਵੈਸਟਮੈਂਟ ਦੇਖੋ, ਸਾਰਿਆਂ 'ਚ ਕੈਨੇਡਾ ਉਹ ਵਾਲਾ ਕੈਨੇਡਾ ਨਹੀਂ 70s 80s 90s ਵਾਲਾ ਜਾਂ ਰਾਜਰ ਹਾਰਪਰ ਵਾਲਾ ਜਾਂ ਕੋਈ ਵੀ। ਮੇਰੇ ਸਿਰਫ ਕਹਿਣ ਦਾ ਮਤਲਬ ਹੈ ਕਿ ਇਸ ਵਕਤ ਆਪਣੀ ਵੀਕਨੈਸ ਨੂੰ ਸ਼ੋਅ ਕਰਕੇ ਲਿਬਰਲਸ ਨੇ ਕੰਜ਼ਰਵੇਟਿਵ ਔਰ ਐਨਡੀਪੀ ਨੂੰ ਬੜੇ ਵੱਡਾ ਹਥਿਆਰ ਦੇ ਦਿੱਤਾ। ਜੀ ਜੀ, ਤੁਹਾਡੇ ਨਾਲ ਗੱਲਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੋਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਉਸ ਦੇ ਨਾਲ ਹੀ ਇਲੈਕਸ਼ਨ ਜਿਹੜੇ ਅਨਾਉਂਸ ਕੀਤੇ ਗਏ ਨੇ ਕੈਨੇਡਾ ਵਿੱਚ, ਉਸੇ ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਸਾਡੀ ਖਾਸ ਤੌਰ ਤੇ ਗੱਲਬਾਤ ਚੱਲ ਰਹੀ ਹੈ ਫੈਡਰਲ ਇਲੈਕਸ਼ਨ 2021 ਤੇ। ਕਮਲਜੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਹੀ ਅੱਜ ਮੀਡੀਆ ਨਾਲ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਜਸਟਿਨ ਟਰੂਡੋ ਨੇ, ਉਸ ਤੋਂ ਬਾਅਦ ਹੀ ਨਾਲ ਹੀ ਕੈਂਪੇਨ ਦੀ ਸ਼ੁਰੂਆਤ ਵੀ ਹੋ ਗਈ ਹੈ ਤੇ ਇਸ ਵਾਰ ਦੀ ਕੈਂਪੇਨ ਦੀ ਸ਼ੁਰੂਆਤ ਕਿਊਬੈਕ ਤੋਂ ਕੀਤੀ ਗਈ ਹੈ ਜੀ। ਜਦੋਂ ਚਾਈਲਡ ਕੇਅਰ ਪਲਾਨ ਇਹਨਾਂ ਨੇ ਐਲਾਨਿਆ, ਉਹ ਵੀ ਸ਼ੁਰੂਆਤ ਇਹਨਾਂ ਨੇ ਕਿਊਬੈਕ ਤੋਂ ਕੀਤੀ। ਨਾਲ ਹੀ ਜਦੋਂ ਇਲੈਕਸ਼ਨਸ ਦੀਆਂ ਇਨਫੋਰਮੇਸ਼ਨ ਨਿਊਜ਼ ਆ ਰਹੀਆਂ ਸਨ ਕਿ ਐਲਾਨ ਹੋਣ ਵਾਲਾ ਹੈ, ਅਸੀਂ ਦੇਖਿਆ ਕਿ ਉਦੋਂ ਵੀ ਜਿਹੜੇ ਐਲਾਨ ਹੋ ਰਹੇ ਸੀ ਉਹ ਇਲੈਕਸ਼ਨ ਕੈਂਪੇਨ ਦੇ ਸਟਾਈਲ ਦੇ ਵਿੱਚ ਹੀ ਹੋ ਰਹੇ ਸਨ। ਕਿਊਬੈਕ ਤੋਂ ਸ਼ੁਰੂਆਤ ਕਰਨਾ, ਕਿਊਬੈਕ ਤੇ ਫੋਕਸ ਕਰਨਾ, ਕੋਈ ਕੀ ਖਾਸ ਵਜ੍ਹਾ ਮੰਨਦੇ ਹੋ? ਖਾਸ ਵਜ੍ਹਾ ਜੀ, ਕਿਊਬੈਕ ਇੱਕ ਬੜੀ ਵੱਡੀ ਪਾਕਟ ਹੈ ਇਹਨਾਂ ਦੇ ਕੋਲ, ਜਿਹੜਾ ਉੱਤੇ ਕਬਜ਼ਾ ਕਰ ਲੈਂਦਾ ਉਹ ਸਮਝਦਾ ਕਿ ਮੈਨੂੰ ਸਰਕਾਰ ਬਣਾਉਣੀ ਸੌਖੀ ਹੈ। ਕਿਉਂਕਿ ਜਿਹੜੇ ਲਿਬਰਲ ਨੇ ਉਹ ਮਹਿਸੂਸ ਕਰਦੇ ਆ ਕਿ ਸਾਡੀ ਅੰਟਾਰੀਓ ਤੇ ਸਾਡਾ ਪੂਰਾ ਕਬਜ਼ਾ ਹੈਗਾ ਤੇ ਅਸੀਂ ਇਹਦੇ ਤੇ ਵੀ ਕਬਜ਼ਾ ਕਰੀਏ। ਤੁਸੀਂ ਨੋਟ ਕੀਤਾ ਹੋਣਾ, ਅੱਜ ਮੇਰੇ ਖਿਆਲ ਆਪਣੇ ਜਗਮੀਤ ਸਿੰਘ ਹੋਣੀ ਜਿਹੜੇ ਆ, ਉਹਨਾਂ ਵੀ ਆਪਣੀ ਪ੍ਰੈਸ ਕਾਨਫਰੰਸ ਉੱਥੋਂ ਹੀ ਕੀਤੀ ਹੈ, ਮੌਂਟਰੀਅਲ ਤੋਂ ਹੀ ਕੀਤੀ ਹੈ। ਸੋ ਕਹਿਣ ਤੋਂ ਮਤਲਬ ਵੀ ਇਹ ਇੱਕ ਉਹਨਾਂ ਨੂੰ ਪਾਕਟ ਦੱਸਦੀ ਹੈ ਜਿੱਥੋਂ ਉਹ ਬਹੁਤੀਆਂ ਸੀਟਾਂ ਲੈਣ ਦੀ ਕੋਸ਼ਿਸ਼ ਕਰਨ ਦੇ ਤਾਕ ਵਿੱਚ ਨੇ। ਇਹ ਉੱਥੋਂ ਦੇ ਵੋਟਰਾਂ ਦੀ ਮਰਜ਼ੀ ਹੈ ਕਿ ਕਿਹਨੂੰ ਵੋਟ ਪਾਉਂਦੇ ਆ, ਕਿਹਨੂੰ ਨਹੀਂ ਪਾਉਂਦੇ, ਜਾਂ ਕਿਹਦੀਆਂ ਪਾਲਸੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ, ਜਾਂ ਮਤਲਬ ਉਹਨਾਂ ਨੂੰ ਚੰਗਾ ਲੱਗਦਾ ਕਿ ਇਹਨਾਂ ਉੱਤੇ ਜਿੰਨਾ ਮਰਜ਼ੀ ਬੋਝ ਪੈ ਜਾਏ ਕੋਈ ਗੱਲ ਨਹੀਂ, ਲੇਕਿਨ ਆਹ ਕੰਮ ਹੋਣਾ ਚਾਹੀਦਾ, ਇਲੈਕਸ਼ਨ ਹੋਣੀ ਚਾਹੀਦੀ ਹੈ। ਹੁਣ ਜੇ ਅਗਰ ਇੰਨੇ ਬਿਲੀਅਨਸ ਡਾਲਰ ਖਰਚ ਹੋਣ ਤੋਂ ਬਾਅਦ ਉਹ ਪੈਸੇ ਸਾਰੇ ਦੇਣੇ ਤੇ ਅਸੀਂ ਆ ਨਾ, ਟੈਕਸ ਦੇਈਏ ਜਾਂ ਆਪਣੀਆਂ ਤਨਖਾਹਾਂ 'ਚੋਂ ਕਟਾਈਏ ਜਾਂ ਹੋਰ ਕੁਝ ਕਰੀਏ, ਇਹ ਸਾਰੇ ਪੈਸੇ ਸਾਡੇ ਸਿਰਾਂ ਤੋਂ ਨਿਕਲਣੇ ਆ ਕਿਸੇ ਨਾ ਕਿਸੇ ਢੰਗ ਨਾਲ, ਉਲਟੇ ਸਿੱਧੇ ਤਰੀਕੇ ਨਾਲ। ਜਿਹੜੇ ਗੱਲ ਕਰਦੇ ਆ ਆਪਾਂ ਕਿ ਉਹਨਾਂ ਨੇ ਸਾਡੀ ਹੈਲਪ ਕੀਤੀ, ਸਰਕਾਰਾਂ ਕੋਲ ਬਹੁਤ ਸਾਰੇ ਫੰਡਸ ਹੁੰਦੇ ਆ ਜਿਹੜੇ ਕਿ ਇਹੋ ਜਿਹੀਆਂ ਆਫਤਾਂ ਹੁਣ ਜਦੋਂ ਆਉਂਦੀਆਂ ਉਹਦੇ ਵਾਸਤੇ ਦੇਣ ਵਾਸਤੇ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ, ਕਿਉਂਕਿ ਇਹੋ ਜਿਹੀਆਂ ਆਫਤਾਂ ਵਾਸਤੇ ਆਲਰੇਡੀ ਪਹਿਲਾਂ ਹੀ ਸਾਰੀਆਂ ਸਰਕਾਰਾਂ ਨੇ ਫੰਡ ਰੱਖੇ ਹੁੰਦੇ ਆ ਤੇ ਉਸ ਫੰਡ ਦੇ ਵਿੱਚੋਂ ਹੀ ਮਿਲਦੇ ਆ। ਤੇ ਉਹ ਭਾਵੇਂ ਆਫਤ ਕੋਈ ਆਵੇ ਜਾਂ ਨਾ ਆਵੇ, ਉਹ ਇੱਕ ਖਾਸ ਅਮਾਊਂਟ ਜਿਹੜਾ ਉਸ
ਜਿਹੜਾ ਫੰਡ ਹੈ ਉਹਦੇ ਜਮ੍ਹਾਂ ਹੁੰਦਾ ਰਹਿੰਦਾ ਸਰਕਾਰਾਂ ਦੇ ਜਿੰਨੇ ਵੀ ਫੰਡਸ ਹੈਗੇ ਉਹਨਾਂ ਚੋਂ। ਸੋ ਇਸ ਕਰਕੇ ਇਹ ਕੋਈ ਆਸਾਨ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਜੇ ਲੋਕਾਂ ਨੂੰ ਪੈਸੇ ਦਿੱਤੇ ਆ। ਜਦੋਂ ਆਫਤ ਆਈ ਆ ਤੇ ਲੋਕਾਂ ਦੀ ਹੈਲਪ ਕਰਨਾ ਸਰਕਾਰ ਦਾ ਕੰਮ ਆ ਔਰ ਸਰਕਾਰ ਨੇ ਆਪਣਾ ਕੰਮ ਬਾਖੂਬੀ ਨਿਭਾਇਆ, ਉਹਦੇ ਲਈ ਵੀ ਸਰਕਾਰ ਦੀ ਸਰਾਹਨਾ ਬਣਦੀ ਹੈ। ਪਰ ਇਹ ਨਹੀਂ ਕਿ ਇੱਕ ਪਾਸੇ ਪੈਸੇ ਦਿੱਤੇ ਆ ਤੇ ਇੱਕ ਪਾਸੇ ਉਹਨਾਂ ਉੱਤੇ ਤੁਸੀਂ ਫਿਰ ਬੋਝ ਲਾ ਦਿਓ, ਇਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ ਜੀ। ਉਸ ਅਪੋਰਚੁਨਿਟੀ ਨੂੰ ਉਹਦਾ ਕ੍ਰੈਡਿਟ ਲੈਣਾ ਸ਼ਾਇਦ ਸਹੀ ਨਹੀਂ ਹੋਏਗਾ। ਬਿਲਕੁਲ ਨਹੀਂ ਹੋਏਗਾ ਜੀ। ਆਪਾਂ ਇਹ ਵੀ ਦੇਖਿਆ ਕਿ ਪੈਂਡੈਮਿਕ ਵਿੱਚ ਜਦੋਂ ਚਲੋ ਪ੍ਰੋਵਿੰਸ਼ੀਅਲ ਤੇ ਫੈਡਰਲ ਚੋਣਾਂ ਅਲੱਗ-ਅਲੱਗ ਹੁੰਦੀਆਂ, ਪਰ ਪੈਂਡੈਮਿਕ ਦੇ ਦੌਰਾਨ ਜਿੰਨੀਆਂ ਪ੍ਰੋਵਿੰਸ਼ੀਅਲ ਚੋਣਾਂ ਹੋਈਆਂ ਨੇ ਉਹਨਾਂ ਵਿੱਚ ਜੋ ਮੌਜੂਦਾ ਸਰਕਾਰ ਸੀ ਉਹਨਾਂ ਨੂੰ ਹੀ ਮੈਜੋਰਿਟੀ ਮਿਲੀ ਹੈ। ਭਾਵੇਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ, ਨਿਊ ਫਾਊਂਡਲੈਂਡ, ਲੈਬਰਾਡੋਰ ਦੇ ਇਲੈਕਸ਼ਨ ਹੋਏ, ਸਸਕੈਚੇਵਨ ਦੇ ਹੋਏ, ਯੂਕੌਨ ਦੇ ਹੋਏ, ਤੇ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੂੰ ਹੀ ਮੈਜੋਰਿਟੀ ਮਿਲੀ। ਕਿਤੇ ਨਾ ਕਿਤੇ ਇਹ ਐਗਜ਼ਾਮਪਲ ਵੀ ਲੈ ਕੇ ਚੱਲ ਰਹੇ ਨੇ ਲਿਬਰਲ। ਦੇਖੋ ਜੀ, ਇੱਕ ਬੜਾ ਵੱਡਾ ਮੁੱਦਾ ਇਸ ਇਲੈਕਸ਼ਨ ਤੋਂ ਬਾਅਦ ਖੜਾ ਹੋਣਾ ਹੈ, ਉਹ ਵੇ ਬੈਲਟ ਦੇ ਵੋਟਿੰਗ ਦਾ। ਤੁਸੀਂ ਜਿਹੜਾ ਪੋਸਟਲ ਪ੍ਰੋਸੈਸ ਨਾਲ ਜਿਹੜੇ ਬੈਲਟ ਕ੍ਰੀਏਟ ਕਰਦੇ ਹੋ, ਉਹਦੇ ਵਿੱਚ ਤੁਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ, ਉਹਦੇ ਵਿੱਚ ਜਿਹੜੀ ਗਵਰਨਿੰਗ ਬਾਡੀ ਹੁੰਦੀ ਹੈ ਜਾਂ ਜਿਹਦੀ ਗਵਰਨੈਂਸ ਚੱਲ ਰਹੀ ਹੁੰਦੀ ਹੈ, ਉਹਦੇ ਕੋਲ ਕਿੰਨੇ ਤਰੀਕੇ ਹੁੰਦੇ ਨੇ ਉਹਨੂੰ ਮੈਨੇਜ ਕਰਨ ਦੇ। ਕਿਉਂਕਿ ਤੁਸੀਂ ਜਿਸ ਵੇਲੇ ਵੀ ਇਲੈਕਸ਼ਨ ਨੂੰ ਇੱਕ ਵਿਸਾਤ ਉਹਦੀ ਵਿਛਾਣੀ ਹੈ ਜਿਹਨੂੰ ਅਸੀਂ ਕਹਿੰਦੇ ਆ, ਉਹਦੇ 'ਚ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੀ ਸਟਰੈਂਥ ਕਿੱਥੇ ਵੇ, ਤੁਹਾਡੀ ਵੀਕਨੈਸ ਕਿੱਥੇ ਵੇ। ਮੈਂ ਕਦੀ ਵੀ ਇਸ ਕਿਸੇ ਵੀ ਪ੍ਰੋਸੈਸ ਨੂੰ ਚੈਲੰਜ ਨਹੀਂ ਕਰ ਸਕਦਾ, ਆਈ ਐਮ ਨਾਟ ਕੁਆਲੀਫਾਈਡ ਟੂ ਡੂ ਦੈਟ। ਪਰ ਸਭ ਕੋਲ ਇਨਸਾਨ ਤਰੀਕਾ ਹੁੰਦਾ ਕਿ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੇ ਇੱਥੋਂ ਬੈਲਟ ਕ੍ਰੀਏਟ ਹੋਏ ਤੋ ਇੱਥੋਂ ਇਹ ਤੁਹਾਡੀ ਸਟਰੈਂਥ ਵਾਲੀ ਜਗ੍ਹਾ ਤੋਂ ਹੋਏ, ਇਹ ਤੁਹਾਡੀ ਆਪੋਜੀਸ਼ਨ ਤੋਂ ਹੋਏ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਪਲੇ ਕਰਦੇ ਹੋ, ਮੈਂ ਇਹਨਾਂ ਨੂੰ ਸ਼ਬਦਾਂ 'ਚ ਨਹੀਂ ਕਹਿਣਾ ਚਾਹੁੰਦਾ, ਪਰ ਮੇਰਾ ਖਿਆਲ ਇਹ ਪ੍ਰਿਵਿਲੇਜ ਜਾਂ ਇਹ ਟੈਕਨੀਕ ਜਾਂ ਇਹ ਪ੍ਰੋਸੈਸ ਦਾ ਹੈਂਡਲ ਇਹ ਰੂਲਿੰਗ ਪਾਰਟੀ ਕੋਲ ਹੁੰਦਾ ਹੈ। ਹੁੰਦਾ ਜਾਂ ਨਹੀਂ ਹੁੰਦਾ, ਮੈਂ ਮਾਸਟਰ ਨਹੀਂ ਹਾਂ, ਮੈਂ ਕਨਫਰਮ ਨਹੀਂ ਹਾਂ, ਆਈ ਸ਼ੁੱਡ ਨਾਟ ਬੀ ਕੋਟਡ, ਪਰ ਮੈਨੂੰ ਇਸ ਗੱਲ ਦਾ ਸ਼ੱਕ ਹੈਗਾ ਕਿ ਜਿਸ ਵੇਲੇ ਵੀ ਇਸ ਤਰ੍ਹਾਂ ਦੀ ਵੋਟਿੰਗ ਦਾ ਪ੍ਰੋਸੈਸ ਕਿੱਥੇ ਵੀ ਇਨੀਸ਼ੀਏਟ ਹੁੰਦਾ, ਉੱਥੇ ਰੂਲਿੰਗ ਸਰਕਾਰ ਦਾ ਪੂਰਾ ਇੰਟਰਸਟ ਉਹਦੇ ਵਿੱਚ ਹੁੰਦਾ ਜੀ। ਪਰ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਕਿ ਸ਼ਾਇਦ ਇਹ ਸਹੀ ਡਿਸੀਜਨ ਨਹੀਂ ਹੋਏਗਾ ਲਿਬਰਲ ਪਾਰਟੀ ਲਈ ਇਸ ਵੇਲੇ ਜਿਹੜੀਆਂ ਉਹਨਾਂ ਨੇ ਚੋਣਾਂ ਕਾਲ ਕੀਤੀਆਂ ਨੇ, ਪਰ ਜਦੋਂ ਵੀ ਅਸੀਂ ਜੇ ਇਤਿਹਾਸ ਵੱਲ ਵੀ ਦੇਖੀਏ, ਜਦੋਂ ਵੀ ਮਾਈਨੋਰਿਟੀ ਗਵਰਨਮੈਂਟ ਆਉਂਦੀ ਹੈ 1 ਸਾਲ 2 ਸਾਲ ਤੋਂ ਜ਼ਿਆਦਾ ਸਮਾਂ ਨਹੀਂ ਕੱਢ ਪਾਈ ਹੈ, ਤੇ ਮਾਈਨੋਰਿਟੀ 'ਚ ਹੁੰਦੇ ਹੋਏ ਇਲੈਕਸ਼ਨ ਤਾਂ ਫਿਰ ਵੀ ਕਾਲ ਹੋਣੀ ਆਈ ਸਨ, ਅੱਜ ਨਹੀਂ ਤਾਂ 2 ਮਹੀਨੇ ਬਾਅਦ। ਦੇਖੋ, ਰੂਲਿੰਗ ਪਾਰਟੀ ਨੂੰ ਹਮੇਸ਼ਾ ਇਸ ਗੱਲ ਦਾ ਇੰਤਜ਼ਾਰ ਰਹਿੰਦਾ ਕਿ ਕਿਸ ਵੇਲੇ ਉਹ ਐਕਸਟ੍ਰੀਮ ਪ੍ਰੈਸ਼ਰ 'ਚ ਆ ਕੇ ਆਪਣੀ ਗਵਰਨਮੈਂਟ ਨੂੰ ਡਿਸੋਲਵ ਕਰਨ। ਹਮੇਸ਼ਾ ਉਹਦਾ ਰੂਲਿੰਗ ਪਾਰਟੀ ਨੂੰ ਐਡਵਾਂਟੇਜ ਮਿਲਦਾ ਹੈ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਵੀ ਹੈਵ ਬੀਨ ਪੁੱਟ ਅੰਡਰ ਟਰਮੈਂਡਸ ਪ੍ਰੈਸ਼ਰ, ਸਾਨੂੰ ਇਹ ਸਾਡੇ ਉੱਤੇ ਇਹ ਥੋਪ ਦਿੱਤਾ ਗਿਆ, ਸਾਡੇ ਉੱਤੇ ਦੀ ਜ਼ਬਰਦਸਤੀ ਕੀਤੀ ਗਈ, ਸਾਡੇ ਉੱਪਰ ਇਹਨਾਂ ਨੇ ਅਨਨੈਸੈਸਰੀ ਪ੍ਰੈਸ਼ਰ ਪਾਇਆ, ਜਿਹੜਾ ਪ੍ਰੈਸ਼ਰ ਟਰਾਂਸਲੇਟ ਹੋਏਗਾ ਸਾਡੀ ਫਾਈਨੈਂਸਿਸ ਦੇ ਉੱਤੇ, ਸਾਡੇ ਬਜਟ ਦੇ ਉੱਤੇ, ਟੈਕਸਿਸ ਵਧਣਗੇ, ਗ੍ਰੋਸਰੀ ਵਧੇਗੀ, ਸਭ ਜੋ ਚੀਜ਼ਾਂ ਤੁਸੀਂ ਸਮਝਦੇ ਹੋ। ਉਹ ਮੌਕੇ ਦਾ ਫਾਇਦਾ ਚੁੱਕਣ ਵਾਸਤੇ ਉਸ ਵਾਸਤੇ ਜਿਹੜੀਆਂ ਰੂਲਿੰਗ ਪਾਰਟੀਆਂ ਹੁੰਦੀਆਂ ਹਨ ਉਹ ਆਪਣੀ ਪਾਰਲੀਮੈਂਟਸ ਨੂੰ ਜਾਂ ਅਸੈਂਬਲੀਜ਼ ਨੂੰ ਡਿਸੋਲਵ ਕਰਦੀਆਂ। ਇੱਥੇ ਤੇ ਕੋਈ ਉਹ ਜਿਹੀ ਗੱਲ ਹੀ ਨਹੀਂ ਸੀ। ਜਦ ਇੱਥੇ ਕੋਈ ਉਹ ਜਿਹੀ ਗੱਲ ਹੀ ਨਹੀਂ ਹੈਗੀ, ਇਹਦਾ ਮਤਲਬ ਇਹ ਕਿ ਡੈਫੀਨੇਟਲੀ ਕਿਸੇ ਨੇ ਟਰੂਡੋ ਨੂੰ ਮਿਸਗਾਈਡ ਕੀਤਾ, ਉਹਨੇ ਆਪਣੇ ਕੋਈ ਵੈਸਟਰਨ, ਦੇਖੋ ਕਿੰਨੇ ਵੱਡੇ ਕਾਰਪੋਰੇਸ਼ਨ ਦੇ ਹੈਡਸ ਬੀਨ ਰੋਲਡ ਅਪ, SNC ਹੋਏ ਜਾਂ ਹੋਏ ਜਾਂ ਕੋਈ ਦੂਜੇ ਸਕੈਂਡਲਸ ਹੋਣ, ਕਿਹੜੇ ਵੱਡੇ ਲੀਡਰ ਉਹਦੇ 'ਚ ਇਨਵੋਲਵ ਨਹੀਂ ਹੋਏ। ਤੁਸੀਂ ਇੰਨੀ ਵੀਕਨੈਸ ਦੀ ਟਰਫ ਦੇ ਉੱਤੇ, ਮਤਲਬ ਆਪਣੀ ਇਤਨੀਆਂ ਕਮਜ਼ੋਰੀਆਂ ਨੂੰ ਲੈ ਕੇ ਤੁਸੀਂ ਆਪਣੇ ਇਲੈਕਸ਼ਨ ਡਿਕਲੇਅਰ ਕਰ ਰਹੇ ਹੋ, ਮੇਰੇ ਵਾਸਤੇ ਇਹ ਸਰਪ੍ਰਾਈਜ਼, ਮੇਰੇ ਵਾਸਤੇ ਸ਼ੌਕ ਹੈ। ਚਲੋ ਇਸ ਡਿਸੀਜਨ ਹੁਣ ਉਹਨਾਂ ਲਈ ਸਹੀ ਰਿਹਾ ਜਾਂ ਗਲਤ, ਇਹ ਤਾਂ ਖੈਰ 20 ਸਤੰਬਰ ਨੂੰ ਹੀ ਪਤਾ ਲੱਗੇਗਾ। ਕਮਲਜੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਵੈਕਸੀਨ ਦਾ ਸਵਾਲ, ਮੈਂਡੇਟਰੀ ਵੈਕਸੀਨ ਦਾ ਸਵਾਲ ਵਾਰ-ਵਾਰ ਅੱਜ ਕੰਜ਼ਰਵੇਟਿਵ ਲੀਡਰ ਐਰਨ ਓਟੂਲ ਨੂੰ ਕੀਤਾ ਗਿਆ, ਜਿਸ ਦਾ ਉਹ ਥੋੜਾ ਬਹੁਤ ਗੋਲਮੋਲ ਕਰਕੇ ਹੀ ਆਨਸਰ ਦਿੰਦੇ ਨਜ਼ਰ ਆਏ। ਜਦੋਂ ਇਹ ਚੋਣਾਂ ਦਾ ਐਲਾਨ ਹੋਇਆ, ਇਸ ਤੋਂ ਪਹਿਲਾਂ ਹੀ 2 ਦਿਨ ਪਹਿਲਾਂ
ਲਿਬਰਲ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਕਿ ਫੈਡਰਲ EMPLOYEES ਲਈ ਵੈਕਸੀਨ ਮੈਂਡੇਟਰੀ ਕੀਤੀ ਜਾਏਗੀ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਇਹ ਵੀ ਦੇਖੋ, ਜਦੋਂ ਹੁਣ ਜੇ ਮੀਡੀਆ ਵੀ ਜਾਂਦਾ ਹੈ ਕਵਰ ਕਰਨ ਲਈ, ਉਹਨਾਂ ਦੀ ਇਲੈਕਸ਼ਨ ਬੱਸ ਵਿੱਚ ਹੁੰਦੇ ਆ ਜਾਂ ਇਲੈਕਸ਼ਨ ਪਲੇਨ ਵਿੱਚ ਹੁੰਦੇ ਆ, ਤਾਂ ਹਰ ਕਿਸੇ ਨੇ ਆਪਣੀ ਸੇਫਟੀ ਵੀ ਵੇਖਣੀ ਹੈ। ਤੇ ਜਿਹੜੇ EMPLOYEES ਨਾਲ ਨੇ ਉਹ ਅਲੱਗ-ਅਲੱਗ ਪ੍ਰੋਵਿੰਸਸ ਵਿੱਚ ਟਰੈਵਲ ਕਰਨਗੇ, ਤਾਂ ਉਹਨਾਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਕਸੀਨ ਮੈਂਡੇਟਰੀ ਕੀਤੀ ਗਈ ਹੈ। ਪਰ ਕੰਜ਼ਰਵੇਟਿਵ ਕਿਉਂ ਇਸ ਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ? ਦੇਖੋ ਜੀ, ਜਦੋਂ ਮਤਲਬ ਜਿਹੜਾ ਆਪੋਜੀਸ਼ਨ ਪਾਰਟੀਆਂ ਨੇ ਵੀ ਪੈਂਡੇਮਿਕ ਦੇ ਜਿਹੜਾ ਟੀਕਾਕਰਨ ਆ ਜਾਂ ਇਹਦੇ ਵਿੱਚ ਜਿਹੜੀ ਵੀ ਚੀਜ਼ਾਂ ਦੀ ਲੋੜ ਆ, ਉਹਦੀ ਜੇ ਮੁਖਾਲਫਤ ਨਹੀਂ ਕੀਤੀ ਤੇ ਉਹਦੇ ਹੱਕ 'ਚ ਵੀ ਨਹੀਂ ਬੋਲੇ, ਇਹ ਤਰੀਕੇ ਨਾਲ ਗੋਲ-ਮੋਲ ਜਵਾਬ ਦੇ ਗਏ ਦੋਵੇਂ ਹੀ। ਜਿਵੇਂ ਕਿ PC ਪਾਰਟੀ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਵਾਈਫ ਨੂੰ ਕੋਵਿਡ ਹੋ ਗਿਆ ਤੇ ਕੋਵਿਡ ਹੋਣ ਤੋਂ ਬਾਅਦ ਉਹ ਜੀ ਇਹਦੇ ਕਰਕੇ ਬਚਣਾ ਚਾਹੀਦਾ, ਤੋਂ ਬਚਣਾ ਚਾਹੀਦਾ ਤਾਂ ਮਤਲਬ ਟੀਕਾ ਲਵਾਉਣਾ ਚਾਹੀਦਾ, ਤੇ ਜੇ ਟੀਕਾਕਰਨ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ। ਉਹਨੇ ਨਾ ਤੇ ਕਿਹਾ ਕਿ ਟੀਕਾ ਨਹੀਂ ਲਾਉਣਾ ਚਾਹੀਦਾ, ਨਾ ਉਹਨੇ ਕਿਹਾ ਟੀਕਾ ਲਵਾਉਣਾ ਚਾਹੀਦਾ। ਸੋ ਜਿਹੜਾ ਆਪਣਾ ਜਗਮੀਤ ਸਿੰਘ ਆ, ਸੇਮ ਗੱਲ ਉਹਨੇ ਵੀ ਇਦਾਂ ਹੀ ਵੀ ਸਾਰਿਆਂ ਨੂੰ ਲਾਉਣਾ ਚਾਹੀਦਾ, ਸਾਰਿਆਂ ਨੂੰ ਇਹ ਤੋਂ ਬਚਣਾ ਚਾਹੀਦਾ, ਹਰ ਬੰਦੇ ਨੂੰ ਬਚਣਾ, ਜਦੋਂ ਕਿ 62% ਲੋਕੀ ਜਿਹੜੇ ਆ ਫੁੱਲੀ ਵੈਕਸੀਨੇਟਡ ਨੇ ਹੁਣ। ਹਾਂਜੀ। ਔਰ ਜਿਹੜੇ ਬਾਕੀ ਬੜੀ ਤੇਜ਼ੀ ਨਾਲ ਜਿਹੜੀ ਸਰਕਾਰ ਆ ਉਹਨਾਂ ਉੱਤੇ ਕੰਮ ਕਰ ਰਹੀ ਆ, ਔਰ ਲੋਕਾਂ ਦਾ ਹੁਣ ਇੱਕ ਕਿਸਮ ਦਾ ਰੁਝਾਨ ਵੀ ਬਣ ਗਿਆ ਕਿ ਆਪਾਂ ਲਵਾਈਏ, ਕਿਉਂਕਿ ਜਿੱਦਾਂ ਹੁਣ ਇਹ ਸੋਚ ਰਿਹਾ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਤੋਂ ਜਾਣਾ ਤੇ ਤੁਹਾਡੇ ਟੀਕਾ ਲੱਗਾ ਹੋਣਾ ਚਾਹੀਦਾ। ਇੱਕ ਪਾਸਪੋਰਟ ਇਸ਼ੂ ਕੀਤਾ ਜਾ ਰਿਹਾ ਬਕਾਇਦਾ ਤੌਰ ਤੇ ਵੀ ਜਿਹਨੂੰ ਲੱਗਾ ਹੋਏਗਾ ਉਹਦੇ 'ਚ ਅਜੇ ਕਈ ਘਪਲੇ ਹੈਗੇ ਇਦਾਂ ਦੇ, ਜਿਸ 'ਚ ਇਦਾਂ ਲੱਗਦਾ ਵੀ ਉਹ ਪਤਾ ਨਹੀਂ ਬਾਹਰ ਦੇ ਮੁਲਕਾਂ ਵਾਲੇ ਉਸ ਪਾਸਪੋਰਟ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ। ਜਿੱਦਾਂ ਹੁਣ ਕਈ ਮੁਲਕ ਨੇ ਜਿਹੜੇ ਉਹ ਕਹਿੰਦੇ ਜੀ ਤੁਸੀਂ ਜੇ 2 ਵੈਕਸੀਨ ਲਵਾਈਆਂ, ਇੱਕ ਕੋਈ ਹੋਰ ਲਵਾਈ ਆ, ਦੂਜੀ ਹੋਰ ਲਵਾਈ ਆ, ਤੇ ਉਹ ਨਹੀਂ ਮੰਨਦੇ ਇਹਨੂੰ ਫੁੱਲੀ ਵੈਕਸੀਨੇਟਡ। ਸੋ ਕਈ ਗੱਲਾਂ ਜਿਹੜੀਆਂ ਉਹਨਾਂ ਤੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ WHO ਜਿਹੜਾ ਉਹਦਾ ਵੀ ਕੋਈ ਬਹੁਤਾ ਕਲੀਅਰ ਹੈ ਨਹੀਂਗਾ ਕੋਈ ਸਿਸਟਮ, ਜਿਹਦੇ ਕਰਕੇ ਨਾ ਇਹ ਸਾਰਾ ਕੁਝ ਭੰਬਲ ਭੂਸੇ ਜਿਹੇ ਫਸਿਆ ਹੋਇਆ। ਸੋ ਇਸ ਕਰਕੇ ਜੇ ਇਹਨਾਂ ਨੇ ਇਦਾਂ ਦਾ ਗੱਲ ਕੀਤੀ ਹੈ ਤੇ ਮਾਮੂਲੀ ਗੱਲ ਹੈ, ਕਿਉਂਕਿ ਉਹਨਾਂ ਤੇ ਮੁਖਾਲਫਤ ਕਰਨੀ ਹੈ ਸਰਕਾਰ ਦੀ, ਲੇਕਿਨ ਦੂਜੇ ਪਾਸੇ ਇਹ ਵੀ ਕਹਿ ਰਹੇ ਕਿ ਨਹੀਂ ਟੀਕੇ ਲੱਗਣੇ ਚਾਹੀਦੇ ਜੀ। ਪਰ ਇਲੈਕਸ਼ਨ ਮੁੱਦਿਆਂ ਦੀ ਗੱਲ ਕਰੀਏ, ਜਿਵੇਂ ਚਾਈਲਡ ਕੇਅਰ ਇੱਕ ਅਹਿਮ ਮੁੱਦਾ ਹੋਏਗਾ, ਕਲਾਈਮੇਟ ਜ਼ਾਹਿਰ ਤੌਰ ਤੇ ਹੋਏਗਾ ਕਿਉਂਕਿ ਵਾਈਲਡ ਫਾਇਰਸ ਅਸੀਂ ਦੇਖ ਰਹੇ ਹਾਂ, ਇਸ ਤੋਂ ਇਲਾਵਾ ਜੌਬਸ ਇੱਕ ਅਹਿਮ ਮੁੱਦਾ ਹੋ ਸਕਦਾ ਤੇ ਸਭ ਤੋਂ ਉੱਪਰ ਪੈਂਡੈਮਿਕ ਰਿਕਵਰੀ। ਇਸ ਤੋਂ ਇਲਾਵਾ ਹੋਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਮੁੱਦਿਆਂ ਤੇ ਇਸ ਵਾਰੀ ਜਿਹੜੀ ਚੋਣ ਕੈਂਪੇਨ ਹੈ ਉਹ ਪੂਰੀ ਫੋਕਸ ਹੋਏਗੀ? ਅੱਜ ਸਵੇਰੇ ਜਿੰਨੇ ਵੀ ਪੱਤਰਕਾਰਾਂ ਨੇ ਸਵਾਲ ਪੁੱਛੇ ਨਾ, ਚੌਂ ਤੇ ਹੀ ਗੱਲ ਹੁੰਦੀ ਰਹੀ ਹੈ। ਪੰਜਵਾਂ ਮੁੱਦਾ ਕਿਸੇ ਨੇ ਨਾ ਪੱਤਰਕਾਰ ਕਿਸੇ ਨੇ ਉਠਾਇਆ ਤੇ ਨਾ ਕਿਸੇ ਲੀਡਰ ਨੇ ਹੀ ਦੱਸਿਆ ਜੀ ਅਸੀਂ ਇਹਨਾਂ ਗੱਲਾਂ ਤੇ ਹੋਰ ਗੱਲ ਕਰਾਂਗੇ, ਇਹਨਾਂ ਤੇ ਹੋਰ ਗੱਲ ਕਰਾਂਗੇ। ਆਹ ਜਿਹੜੀਆਂ ਗੱਲਾਂ ਨੇ ਇਹਨਾਂ ਚਾਰਾਂ ਉੱਤੇ ਹੀ ਸਾਰੇ ਗੱਲ ਕਰਦੇ ਰਹੇ ਜਿੰਨੇ ਵੀ ਲੀਡਰ ਨੇ। ਤੇ ਮੈਂ ਸਮਝਦਾ ਵੀ ਨਾ ਤੇ ਪੰਜਵਾਂ ਮੁੱਦਾ ਇਹਨਾਂ ਕੋਲ ਹੈਗਾ ਤੇ ਨਾ ਹੀ ਪੰਜਵਾਂ ਮੁੱਦਾ ਮੇਰੇ ਕੋਲ ਹੈਗਾ। ਜੀ ਤ੍ਰਿਭੁਵਨ ਜੀ, ਸਾਡੇ ਕੋਲ ਸਮਾਂ ਘੱਟ ਰਹਿ ਗਿਆ। ਅਖੀਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ, ਲੋਕਾਂ ਕੈਨੇਡੀਅਨਸ ਤੇ ਖਾਸ ਤੌਰ ਤੇ ਇੱਕ ਪਹਿਲਾਂ ਪੈਂਡੈਮਿਕ ਦੀ ਮਾਰ, ਉਸ ਤੋਂ ਇਲਾਵਾ ਉਸ ਦੇ ਨਾਲ ਹੀ ਹੁਣ ਇੱਕ ਡਰ ਹੈ ਕਿ ਸ਼ਾਇਦ COVID-19 ਦੀ 4th ਵੇਵ ਵੀ ਕੈਨੇਡਾ ਵਿੱਚ ਹਿੱਟ ਕਰ ਚੁੱਕੀ ਹੈ। ਅਜਿਹੇ ਵਿੱਚ ਚੋਣਾਂ, ਕੀ ਕਹਿਣਾ ਚਾਹੋਗੇ? ਬੜਾ ਸੀਰੀਅਸ ਮੁੱਦਾ ਜੀ। 4th ਵੇਵ ਇਨਐਵਿਟੇਬਲ ਹੈ, ਆ ਗਈ ਹੈ ਕਿ ਆ ਰਹੀ ਹੈ। ਕਿਸੇ ਵੀ ਪੈਂਡੈਮਿਕ ਵਿੱਚ ਤੁਹਾਡੇ ਕੋਲ ਕਿੰਨਾ ਵੀ ਵੱਡਾ ਇਨਫਰਾਸਟ੍ਰਕਚਰ ਹੋਵੇ, ਤੁਸੀਂ ਇਸ ਤਰ੍ਹਾਂ ਦੇ ਸਿਸਟਮ ਨੂੰ ਜਾਂ ਇਸ ਤਰ੍ਹਾਂ ਦੀ ਮਾਰ ਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨੂੰ ਕੰਟੇਨ ਕਰ ਸਕਦੇ ਹੋ, ਮਤਲਬ ਉਹਨੂੰ ਲਿਮਿਟ ਕਰ ਸਕਦੇ ਹੋ, ਪਰ ਤੁਸੀਂ ਰੋਕ ਨਹੀਂ ਸਕਦੇ। ਜਦੋਂ ਤੁਸੀਂ ਉਹਨੂੰ ਲਿਮਿਟ ਕਰਨ ਦੀ ਗੱਲ ਕਰਦੇ ਹੋ ਤਾਂ ਤੁਸੀਂ ਫਿਰ ਰਿਸੋਰਸਿਸ ਦੀ ਗੱਲ ਕਰਦੇ ਹੋ। ਤੁਸੀਂ ਫਿਰ ਕੋਸ਼ਿਸ਼ ਕਰਦੇ ਹੋ ਕਿ ਲੋਕ ਘਰ ਰਹਿਣ, ਉਹਨਾਂ ਨੂੰ ਘਰ ਬੈਠੇ ਰੋਟੀ ਵੀ ਮਿਲੇ, ਰਾਸ਼ਨ ਵੀ ਮਿਲੇ, ਪੈਸੇ ਵੀ ਮਿਲਣ, ਉਹਨਾਂ ਦੀ ਮੌਰਗੇਜ ਵੀ ਬੈਂਕ ਨਾ ਲੈਣ ਜਾਂ ਡੈਫਰ ਕਰ ਦੇਣ, ਉਹਨਾਂ ਨੂੰ ਪ੍ਰੋਪਰਟੀ ਟੈਕਸ ਵਿੱਚ ਹੀ ਰਿਬੇਟ ਮਿਲੇ। ਇਹ ਸਾਰੀਆਂ ਚੀਜ਼ਾਂ, ਪਰ ਇਹਦਾ ਪ੍ਰੈਸ਼ਰ, ਇਹ ਰਿਸੋਰਸਿਸ ਆਉਣੀਆਂ ਕਿੱਥੋਂ? ਇਹ ਸਾਰੀਆਂ ਆਉਣੀਆਂ ਨੇ ਟੈਕਸ ਪੇਅਰਸ ਦੀ ਮਨੀ ਤੋਂ। ਫਿਰ ਜਦੋਂ ਉਹ ਖਜ਼ਾਨਾ ਬੂੰਦ ਨਾਲ ਭਰਦਾ ਤੇ ਫਿਰ ਬੂੰਦ ਨਾਲ ਖਾਲੀ ਵੀ ਹੋ ਜਾਂਦਾ ਓਵਰ ਅ ਪੀਰੀਅਡ ਆਫ ਟਾਈਮ। ਤੁਸੀਂ ਕੋਈ ਵੀ ਤਰੀਕਾ ਲੱਭ ਲੋਗੇ, ਅਗਰ ਤੁਹਾਡੀ ਇੰਡਸਟਰੀ ਨਹੀਂ ਚੱਲਦੀ, ਤੁਹਾਡੇ ਕੋਲ ਐਕਸਪੋਰਟਸ ਨਹੀਂ, ਤੁਹਾਡੇ ਕੋਲ ਮੇਜਰ ਇੰਡਸਟਰੀ ਨਹੀਂ, ਤੁਹਾਡਾ ਕੰਜ਼ਿਊਮਰ ਉਸ ਸਿਸਟਮ 'ਚੋਂ ਕੰਜ਼ਿਊਮ ਨਹੀਂ ਕਰ ਰਿਹਾ, ਬਾਹਰ ਨਹੀਂ ਹੈਗਾ, ਤੁਸੀਂ ਖਰੀਦ ਨਹੀਂ ਰਹੇ, ਤੁਹਾਡੀ ਰਿਟੇਲ ਮਾਰਕੀਟ ਚੰਗੀ ਨਹੀਂ, ਤੇ ਫਿਰ ਟੈਕਸਿਸ ਕਿੱਥੋਂ ਆਉਣੇ? ਜਦ ਟੈਕਸਿਸ ਨਹੀਂ ਆਣਗੇ, ਤੁਹਾਡੀ ਇਨਕਮ ਨਹੀਂ ਹੋਏਗੀ, ਤੁਹਾਨੂੰ ਟੈਕਸ ਨਹੀਂ ਆਏਗਾ, ਤੁਹਾਡੀ ਸੇਲਸ ਨਹੀਂ ਹੋਏਗੀ, ਤੁਹਾਨੂੰ ਟੈਕਸ ਨਹੀਂ ਆਏਗਾ। ਜਦੋਂ ਤੁਹਾਡਾ ਟੈਕਸ ਨਹੀਂ ਆਏਗਾ ਤੁਹਾਡੇ ਕੋਲ ਸਿਸਟਮ ਵਿੱਚ, ਤੇ ਅਗਲੇ ਜਨਰੇਸ਼ਨ, ਅਗਲੀ 5 ਸਾਲ 4 ਸਾਲ 10 ਸਾਲ ਵਿੱਚ ਯੂ ਵੁੱਡ ਬੀ 2 steps forward 3 steps backward।
ਤੇ ਫਿਰ ਤੁਹਾਡੇ ਕੋਲ ਉਹ ਸਿਚੁਏਸ਼ਨ ਆ ਜਾਏਗੀ ਕਿ ਤੁਸੀਂ ਫਿਰ ਇੱਕ ਵਾਰ ਫੁਟਿੰਗ ਦੇ ਉੱਤੇ ਕੁਝ ਇਹੋ ਜਿਹੀ ਚੀਜ਼ਾਂ ਕਰੋਗੇ ਜਿਹੜੀਆਂ ਸਾਡੀ ਅਗਲੀ ਜਨਰੇਸ਼ਨ ਵਾਸਤੇ ਬੜੀਆਂ ਖਰਾਬ ਹੋਣਗੀਆਂ। ਜੀ। ਤੇ ਇਸ ਵਾਸਤੇ ਇਹਨੂੰ ਸੋਚਣਾ, ਜਦੋਂ ਫ੍ਰੀ ਬੀਜ਼ ਵੰਡੀ ਜਾਂਦੀਆਂ ਨੇ ਉਹਦਾ ਇੱਕ ਸਿਸਟਮ ਤੇ ਇੰਜੋਏ ਕਰਦਾ, ਪਰ ਦੂਸਰਾ ਸਿਸਟਮ ਜਾਂ ਉਹਦਾ ਦੂਜਾ ਕਾਊਂਟਰ ਪਾਰਟ ਜਿਹੜਾ ਨਾ ਉਹ ਉਹਨੂੰ ਪੇ ਕਰਦਾ। ਜੀ। ਜਿਹੜਾ ਪੇ ਕਰਦਾ ਉਹਨੇ ਫਿਰ ਕਦੀ ਨਾ ਕਦੀ ਆਵਾਜ਼ ਚੁੱਕਣੀ ਹੈ। ਜੀ, ਸੋ ਇਲੈਕਸ਼ਨ ਕੈਂਪੇਨ ਕਿਕ ਆਫ ਹੋ ਚੁੱਕੀ ਹੈ, ਪਰ ਇਹ ਕੈਂਪੇਨ ਕਿਸ ਵੱਲ ਜਾਂਦੀ, ਕਿਸ ਪਾਸੇ ਵੱਲ ਜਾਂਦੀ ਹੈ, ਇਸ ਸੰਬੰਧੀ ਅਸੀਂ ਚਰਚਾ ਆਉਂਦੇ ਦਿਨਾਂ ਵਿੱਚ ਕਰਦੇ ਰਵਾਂਗੇ ਤੇ ਇਲੈਕਸ਼ਨ ਦੇ ਰਿਜ਼ਲਟਸ ਤੱਕ ਅਸੀਂ ਸਮੇਂ-ਸਮੇਂ ਤੇ ਹੋਰ ਕਿਹੜੇ ਚੋਣ ਮੁੱਦੇ ਸਾਹਮਣੇ ਆ ਰਹੇ ਨੇ ਇਸ ਸੰਬੰਧੀ ਵੀ ਚਰਚਾ ਕਰਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਥੈਂਕ ਯੂ। ਸੋ ਕੈਨੇਡਾ ਵਿੱਚ ਐਲਾਨੀਆਂ ਗਈਆਂ ਫੈਡਰਲ ਚੋਣਾਂ ਤੇ ਐਸੀ ਸਾਡੀ ਖਾਸ ਪੇਸ਼ਕਸ਼। ਫਿਲਹਾਲ ਸਾਨੂੰ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਮੁਲਾਕਾਤ ਹੋਏਗੀ ਅਗਲੇ ਹਫਤੇ ਇੱਕ ਹੋਰ ਨਵੇਂ ਮੁੱਦੇ ਦੇ ਨਾਲ, ਕੁਝ ਨਵੇਂ ਮਹਿਮਾਨਾਂ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।